ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਜੀ ਮੁਹੰਮਦ ਸਰਫਰਾਜ਼ ਇੱਕ ਵਾਰ ਫਿਰ ਦੋਸਤਾਂ ਦੀ ਖਿਦਮਤ ਦੇ ਵਿੱਚ ਹਾਜ਼ਰ। ਤਾਂ ਮੇਰੇ ਨਾਲ ਨੇ ਜਨਾਬ ਮੁਹੰਮਦ ਸਲੀਮ ਸਾਹਿਬ। ਮੁਹੰਮਦ ਸਲੀਮ ਸਾਹਿਬ ਖੁਸ਼ਾਬ ਤੋਂ ਤਸ਼ਰੀਫ ਲਿਆਏ ਆ। ਇਹਨਾਂ ਦੀ ਬਹੁਤ ਮਿਹਰਬਾਨੀ, ਸ਼ੁਕਰੀਆ। ਐਡੀ ਦੂਰੋਂ ਇੰਨਾ ਸਫ਼ਰ ਤੈਅ ਕਰਕੇ ਆਏ ਆ। ਉਸ ਦੌਰ ਦੇ ਵਿੱਚ ਜਦੋਂ ਕਰੋਨਾ ਆਪਣੀ ਪੀਕ 'ਤੇ ਆ, ਇਹਨਾਂ ਨੇ ਬੜਾ ਖਿਆਲ ਵੀ ਕੀਤਾ। ਪਹਿਲੇ ਉੱਥੋਂ ਆਪਣੇ ਘਰ ਰਜਾਣੇ ਆਏ ਆ, ਉੱਥੋਂ ਕੋਈ 200 ਕਿਲੋਮੀਟਰ ਦਾ ਸਫ਼ਰ ਇਹਨਾਂ ਨੇ ਮੋਟਰਸਾਈਕਲ 'ਤੇ ਫਿਰ ਕੀਤਾ ਤਾਂ ਕਿ ਰਸਤੇ ਦੇ ਵਿੱਚ ਕੋਈ ਬਲਾ ਨਾ ਚਿੰਬੜ ਜਾਏ। ਤੇ ਸੈਨੀਟਾਈਜ਼ ਕੀਤਾ ਆਪਣੇ ਆਪ ਨੂੰ, ਫਿਰ ਇੱਥੇ ਆ ਕੇ ਨਹਾਏ, ਕੱਪੜੇ ਬਦਲੇ। ਚਲੋ ਸਲੀਮ ਸਾਹਿਬ ਸਲਾਮ ਅਲੈਕਮ। ਵਾਲੇਕੁਮ ਅਸਲਾਮ। ਸਲੀਮ ਸਾਹਿਬ ਤੁਸੀਂ ਕਾਰੀਗਰ ਹੈ ਕਾਹਦੇ? ਰਸ ਬ੍ਰੈਡ ਜਿਹਨੂੰ ਡਬਲ ਰੋਟੀ ਕਹਿੰਦੇ ਨੇ, ਹਾਂਜੀ ਉਹਦੇ ਹਾਂਜੀ ਨਮਕੀਨ ਸਮਾਨ, ਪੀਜ਼ਾ, 버ਗਰ, ਸੈਂਡਵਿਚ ਜੀ। ਇਹ ਮੈਂ ਬਣਾ ਲੈਂਦਾ। ਪੀਜ਼ਾ, 버ਗਰ, ਸੈਂਡਵਿਚ, ਰਸ, ਬ੍ਰੈਡ ਜਿਹਨੂੰ ਡਬਲ ਰੋਟੀ ਅਸੀਂ ਪੰਜਾਬੀ 'ਚ ਕਹਿ ਦਈਏ। ਹਾਂਜੀ ਅੱਛਾ, ਇਹ ਦੱਸੋ ਜਿਹੜੇ ਰਸ ਬਣਾਈਦੇ ਆ, ਹਾਂਜੀ ਉਹ ਜਿਹੜਾ ਇੱਕ ਬਾਲਟੀ ਜਾਂ ਇੱਕ ਕਹਾਣੀ ਜਾਂ ਇੱਕ ਟੱਬ 'ਚ ਪਾਉਂਦੇ, ਇੱਕ ਵਾਰ ਕਿੰਨਾ ਪਾਉਂਦੇ ਤੁਸੀਂ ਜਿੱਥੇ ਕੰਮ ਕਰਦੇ ਹੋ ਉੱਥੇ ਜੀ? ਅਸੀਂ ਜਿੱਥੇ ਕੰਮ ਕਰ ਰਹੇ ਹਾਂ ਉੱਥੇ ਅਸੀਂ ਜਿਹੜੀ ਇੱਕ ਪੀਨ ਬਣਾਉਂਦੇ ਨਾ, ਉਹ ਪੀਨ, ਹਾਂਜੀ 80 ਕਿਲੋ ਮੈਦੇ ਦੀ ਬਣਾਉਂਦੇ ਆ। ਅੱਛਾ, 80 ਕਿਲੋ ਮੈਦੇ ਦੇ ਵਿੱਚ ਤੁਸੀਂ ਕੀ ਕੀ ਪਾਉਂਦੇ? 80 ਕਿਲੋ ਮੈਦੇ ਦੇ ਵਿੱਚ ਜਦੋਂ ਅਸੀਂ ਰਾਤ ਨੂੰ ਉਹਨੂੰ ਗੁੰਨ ਕੇ ਰੱਖਣਾ ਹੁੰਦਾ, ਹਾਂਜੀ। ਉਦੋਂ 18 ਕਿਲੋ ਚੀਨੀ ਪਾਈ ਦੀ ਵਿੱਚ, ਤੇ ਉਹਦੇ ਵਿੱਚ ਤਕਰੀਬਨ 7.5 ਦਰਜਨ ਆਂਡੇ, 7.5 ਦਰਜਨ ਆਂਡੇ। ਹਾਂਜੀ। ਅੱਛਾ ਜੀ। ਪਾਣੀ ਵਿੱਚ 2 ਟੀਨ ਤਕਰੀਬਨ ਪਾਣੀ ਦੇ ਪੈ ਜਾਂਦੇ ਨੇ ਉਹਦੇ। 2 ਟੀਨ ਪਾਣੀ ਦੇ। ਹਾਂਜੀ। ਤੇ ਉਹ ਵਿੱਚ ਜਿਹੜਾ ਖਮੀਰ ਹੁੰਦਾ, ਈਸਟ ਕਹਿੰਦੇ ਉਹਨੂੰ, ਹਾਂਜੀ। ਉਹ ਫੁਲਾਉਂਦਾ ਉਹਨੂੰ ਖਮੀਰ ਨੂੰ। ਹਾਂਜੀ, ਯੀਸਟ। ਹਾਂਜੀ। 120 ਗ੍ਰਾਮ ਉਹ ਵਿੱਚ ਪਾ ਦੇਣਾ। ਉਹ 120 ਦੀ ਪੈਕਿੰਗ ਹੁੰਦੀ ਛੋਟੀ। ਅੱਛਾ ਜੀ। ਤੇ ਆਟਾ ਹੋ ਗਿਆ, ਮੈਦਾ ਹੋ ਗਿਆ 80 ਕਿਲੋਗ੍ਰਾਮ। ਹਾਂਜੀ। ਲੂਣ ਵੀ ਪਾਣੇ ਵਿੱਚ? ਨਹੀਂ, ਲੂਣ ਸਵੇਰ ਜਦੋਂ ਉਹਨੂੰ ਡਬਲ ਅੱਛਾ, ਇਹ ਰਾਤ ਦਾ ਆ? ਇਹ ਰਾਤ ਦਾ। ਅੱਛਾ, ਇਹਨੂੰ ਫਿਰ ਰਾਤ ਨੂੰ ਤੁਸੀਂ ਗੁੰਨਦੇ ਆ? ਹਾਂਜੀ, ਇਹਨੂੰ ਗੁੰਨ ਕੇ ਤੇ ਰਾਤ ਨੂੰ ਰੱਖ ਦੇਣਾ। ਗੁੰਨਦੇ ਕਾਹਦੇ ਨਾਲ, ਲੱਤਾਂ ਨਾਲ ਕਿ ਹੱਥਾਂ ਨਾਲ? ਨਹੀਂ ਜੀ, ਉਹ ਮਸ਼ੀਨ ਨੇ। ਅੱਛਾ, ਮਸ਼ੀਨ ਦੇ ਨਾਲ। ਅਸੀਂ ਗੈਸ ਲਈ ਇੱਥੇ ਮਸ਼ੀਨ ਹੈ ਨਹੀਂ ਸਾਡੇ ਕੋਲ, ਨਹੀਂ ਉਹ ਵੀ ਦਿਖਾ ਦਿੰਦੇ। ਅੱਛਾ ਜੀ, ਉਹ ਮਸ਼ੀਨ ਦੇ ਨਾਲ ਗੁੰਨ ਲੈਣਾ। ਕਿੰਨੀ ਦੇਰ ਗੁੰਨਣਾ ਪੈਂਦਾ? ਉਹ ਤਕਰੀਬਨ 15 ਤੋਂ 20 ਮਿੰਟ। ਅੱਛਾ ਜੀ। ਇੱਕ ਜਿਹੜੀ ਪੀਨ ਅਸੀਂ ਗੁੰਨੀ ਦੀ ਉੱਤੇ ਲੱਗ ਜਾਂਦੇ ਨੇ। ਕਿੰਨੀਆਂ ਪੀਨਾਂ ਰੋਜ਼ ਗੁੰਨਦੇ? ਅਸੀਂ 4 ਪੀਨਾਂ ਗੁੰਨਦੇ ਰੋਜ਼। ਅੱਛਾ, ਚਲੋ ਪੀਨਾਂ ਦੀ ਗੱਲ ਨਹੀਂ ਕਰਦੇ, ਐਵੇਂ ਕਿਤੇ ਇਨਕਮ ਟੈਕਸ ਵਾਲੇ ਤੁਹਾਡੇ ਮਗਰ ਪੈਂਦੇ ਆ। ਅੱਛਾ ਜੀ, ਇੱਕ ਪੀਨ ਜਿਹੜੀ ਆ ਉਹ ਤੁਸੀਂ 15-20 ਮਿੰਟ ਦੇ ਵਿੱਚ ਗੁੰਨ ਲੈਂਦੇ ਆ। ਹਾਂਜੀ। ਉਸ ਤੋਂ ਬਾਅਦ ਉਹਨੂੰ ਕੀ ਕਰਨਾ? ਉਸ ਤੋਂ ਬਾਅਦ ਉਹਨੂੰ ਰੱਖ ਦੇਣਾ ਹੈ ਅੱਛਾ। ਭਰਾਈ ਕਰਨ ਵਾਸਤੇ। ਭਰਾਈ ਕਾਹਦੀ? ਉਹ ਜਿਹਨੂੰ ਡੋਜ਼ ਕਹਿੰਦੇ ਨੇ, ਦੇਣਾ ਫੁੱਲਣਾ ਉਹਨੇ ਖਮੀਰ ਨੇ। ਅੱਛਾ, ਉਹ ਮਤਲਬ ਫੁੱਲ ਜਾਏ, ਫਿਰ ਉਹਦੇ ਵਿੱਚ ਯੀਸਟ ਪਾਇਆ ਹੁੰਦਾ, ਉਹ ਰਸ ਜਿਹੜੇ ਫੁੱਲੇ ਹੁੰਦੇ ਆ। ਉਹ ਫਿਰ ਉਹ ਨਰਮ ਹੋ ਜਾਂਦਾ ਹੈ। ਉਹ ਕਿੰਨੀ ਦੇਰ ਦੇ ਵਿੱਚ ਫੁੱਲਦਾ? ਉਹ ਤਕਰੀਬਨ ਉਹਨੂੰ 4 ਘੰਟੇ ਦਾ ਟਾਈਮ ਦੇਈਦਾ, 4 ਤੋਂ 5 ਘੰਟੇ ਦਾ। 5 ਘੰਟੇ। ਉਹਦੇ ਹੋਰ ਵੀ ਕੁਝ ਕਰਦੇ ਜਾਂ ਇਕੱਲਾ ਰੱਖ ਹੀ ਦਿੰਦੇ? ਨਹੀਂ, ਬਸ ਉਹਨੂੰ ਰੱਖ ਦੇਣਾ। ਉਹਦੇ ਉੱਤੇ ਗਿੱਲਾ ਕੱਪੜਾ ਕਰਕੇ ਦੇ ਦੇਣਾ। ਗਿੱਲਾ ਕੱਪੜਾ ਦੇ ਦੇਣਾ। ਹਾਂਜੀ। ਅੱਛਾ ਜੀ। ਉਹਨੂੰ ਢੱਕ ਦੇਣਾ ਗਿੱਲੇ ਤਾਂ ਕਿ ਸਿਕਰੀ ਨਾ ਆਵੇ। ਹਾਂਜੀ, ਸਿਕਰੀ ਨਾ ਆਵੇ। ਅੱਛਾ ਜੀ। ਉਸ ਤੋਂ ਬਾਅਦ ਉਹਨੂੰ ਫਿਰ ਸਵੇਰ ਨੂੰ ਡਬਲ ਕਰਨਾ। ਡਬਲ ਕਰਨਾ? ਹਾਂਜੀ। ਉਹ ਫਿਰ ਮਸ਼ੀਨ ਦੇ ਵਿੱਚ ਉਹਨੂੰ ਪਾਣਾ। ਅੱਛਾ ਜੀ। ਤੇ ਉਹਦੇ ਵਿੱਚ ਫਿਰ ਚੀਨੀ ਦੇਣੀ ਹੈ। ਹਾਂਜੀ। ਤੇ ਘਿਓ ਦੇਣਾ। ਚੀਨੀ ਫਿਰ ਕਿੰਨੀ ਦੇਣੀ ਹੈ? ਉਹਦੇ ਵਿੱਚ ਅਸੀਂ ਜਿਹੜਾ 40 ਕਿਲੋ ਮੈਦਾ, 80 ਕਿਲੋ ਮੈਦਾ, ਉਹਨੂੰ 12 ਕਿਲੋ ਉੱਪਰ ਦੇਈਦੀ ਆ। 18 ਕਿਲੋ ਥੱਲੇ ਪਾਤੀ, 12 ਉੱਤੇ ਹੋ ਗਈ। 18 ਤੇ 2 20 ਤੇ 10 30 ਕਿਲੋ ਹੋ ਗਈ। ਹਾਂਜੀ, 30 ਕਿਲੋ ਤਕਰੀਬਨ। ਹਾਂਜੀ। ਇੱਕ ਬੋਰੀ ਨੂੰ। ਅੱਛਾ ਜੀ। ਤੇ ਫਿਰ 13-14 ਕਿਲੋ ਘਿਓ ਦੇਣਾ ਉਹਨੂੰ। ਉਹ ਵੀ ਵਿੱਚੇ ਰਲਾ ਦੇਣਾ? ਹਾਂਜੀ, ਉਹ ਵੀ ਵਿੱਚੇ ਗੁੰਨਦੇ ਆ। ਹਾਂਜੀ, ਉਹਨੂੰ ਫੈਂਟਣਾ ਕਹਿੰਦੇ ਨੇ। ਜਦੋਂ ਫੈਂਟਣਾ ਆ, ਉਹ ਜਿਹੜਾ ਘੇ ਹੁੰਦਾ ਆ ਡਾਲਡਾ ਜਾਂ ਬਨਸਪਤੀ, ਹਾਂਜੀ, ਉਹ ਇੱਕ ਟੀਨ ਦੇ ਵਿੱਚ 16 ਕਿਲੋ ਹੁੰਦਾ? ਹਾਂਜੀ, 16 ਕਿਲੋ ਹੁੰਦਾ। ਤੁਸੀਂ ਕਿੰਨਾ ਦਿੰਦੇ? 13 ਕਿਲੋ ਤਕਰੀਬਨ। 13 ਕਿਲੋ ਦਿੰਦੇ, ਵਿੱਚੋਂ 3 ਕਿਲੋ ਬਚਾ ਲੈਂਦੇ? ਹਾਂਜੀ। ਅੱਛਾ ਜੀ। ਹੋਰ? ਤੇ ਫਿਰ ਉਸ ਤੋਂ ਬਾਅਦ ਉਹਨੂੰ ਨਮਕ ਦੇਣਾ। ਅੱਛਾ ਜੀ। ਉਹ 80 ਕਿਲੋ ਮੈਦੇ ਨੂੰ ਤਕਰੀਬਨ 650 ਗ੍ਰਾਮ ਨਮਕ। 650 ਗ੍ਰਾਮ ਨਮਕ ਦੇਣਾ? ਹਾਂਜੀ। 80 ਕਿਲੋ ਨੂੰ 650 ਗ੍ਰਾਮ, 1000 ਗ੍ਰਾਮ ਦਾ 1 ਕਿਲੋ ਹੁੰਦਾ। ਅੱਛਾ ਜੀ। ਫਿਰ ਉਹਨੂੰ ਇਹ ਤਿਆਰ ਕਰਕੇ ਉਹਨੂੰ ਬਾਹਰ ਕੱਢ ਲੈਣਾ ਟੱਪਾਂ ਵਿੱਚ। ਫਿਰ ਉਹਨੂੰ ਡੋਜ਼ ਦੇਣੀ ਆ। ਡੋਜ਼ ਕੀ ਹੁੰਦੀ? ਉਹ ਭਰਾਈ ਉਹਨੂੰ ਦੇਣ ਵਾਸਤੇ ਫਿਰ ਰੱਖ ਦੇਣਾ ਟਾਈਮ, ਤਕਰੀਬਨ ਪੌਣਾ ਘੰਟਾ, ਅੱਧਾ ਘੰਟਾ, ਫਿਰ ਉਹਨੂੰ ਟਾਈਮ ਦੇਣਾ ਹੁੰਦਾ। ਅੱਛਾ ਜੀ। ਉਸ ਤੋਂ ਬਾਅਦ ਉਹ ਫਿਰ ਪੇੜੇ ਬਣਾਉਣੇ ਨੇ। ਅੱਛਾ ਜੀ। ਜਿਹੜਾ ਰਸ ਬਣਾਉਂਦੇ, ਫਿਰ ਉਹਦੇ ਪੇੜੇ ਬਣਾ ਲੈਣੇ? ਹਾਂਜੀ, ਫਿਰ ਪੇੜੇ ਬਣਾਉਣੇ। ਫਿਰ ਉਹਨੂੰ ਪੇੜੇ ਬਣਾ ਕੇ ਰੱਖ ਦੇਣੇ। ਇੱਕ ਮਿੰਟ ਖਲੋ ਜੀ, ਉਹ ਡੋਜ਼ ਦੇਣੀ, ਉਹ ਫੁੱਲਣ ਲਈ ਜਿਹੜਾ ਰੱਖਦੇ ਉਹਨੂੰ ਕਹਿੰਦੇ ਆ ਨਾ? ਅੱਛਾ, ਫਿਰ ਤੁਸੀਂ ਉਹ ਪੇੜੇ ਹੱਥਾਂ ਨਾਲ ਬਣਾਣੇ ਜਾਂ ਤੋਲ ਕੇ? ਨਹੀਂ, ਹੱਥਾਂ ਨਾਲ ਹੀ। ਅੰਦਾਜ਼ਾ ਹੋ ਗਿਆ, ਹਾਥੀ ਨੇ ਹੋ ਗਏ, ਇੱਕ ਰਸ ਕਿੰਨਾ ਲੈਂਦਾ? ਹਾਂਜੀ। ਕੋਈ ਯਾਦ ਆ ਕਿੰਨੇ ਗ੍ਰਾਮ ਦਾ ਰਸ ਹੁੰਦਾ? ਇਹ ਤਕਰੀਬਨ 60 ਗ੍ਰਾਮ ਦਾ, 70 ਗ੍ਰਾਮ ਦਾ ਇੱਕ ਪੇੜਾ 60 ਗ੍ਰਾਮ ਦਾ ਇੱਕ ਪੇੜਾ ਹੁੰਦਾ। ਠੀਕ ਹੈ ਜੀ। ਅੱਛਾ ਜੀ। ਤੇ ਉਹਦੇ ਅਸੀਂ 4 ਰਸ ਬਣਾਉਂਦੇ ਆ। ਉਹਦੇ ਫਿਰ ਬਾਅਦ ਦੇ ਵਿੱਚ ਕਟਾਈ ਕਰਕੇ 4 ਬਣਦੇ? ਅੱਛਾ ਜੀ। ਹਾਂਜੀ। ਤੇ ਉਹਦੇ ਫਿਰ ਪੇੜੇ ਬਣਾ ਕੇ ਕੀ ਕਰਨਾ?
ਪੇੜੇ ਬਣਾ ਕੇ ਉਹਨੂੰ ਟਰੇਆਂ ਵਿੱਚ ਫਿਰ ਰੱਖ ਦੇਣਾ, ਹਾਂਜੀ ਉਹਨੂੰ ਫਿਰ ਟਾਈਮ ਦੇਣਾ ਹੈ ਹਾਂਜੀ ਉਹ ਭਰਾਈ ਕਰਨ ਵਾਸਤੇ। ਹਾਂਜੀ ਉਹ ਛੋਟਾ ਉਦੋਂ ਬਣਾਈਦਾ ਪੇੜਾ, ਉਹ ਫਿਰ ਬੜੇ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਢੱਕ ਦੇਣਾ, ਹਾਂਜੀ ਉਹ ਕੱਪੜਾ ਗਿੱਲਾ ਕਰਕੇ ਲਪੇਟ ਦੇਣਾ, ਅੱਛਾ ਜੀ ਤੇ ਖੁਸ਼ਕੀ ਵਾਸਤੇ ਤੇ ਛਾਪਰ ਵੀ ਦੇ ਦੇਈਦਾ, ਅੱਛਾ ਜੀ ਉਹ ਤਰ ਰਹਿਣ। ਹਾਂਜੀ, ਉਹ ਫਿਰ ਜਦੋਂ ਤਿਆਰ ਹੋ ਜਾਏਗਾ, ਫੁੱਲ ਜਾਏਗਾ, ਫਿਰ ਉਹਨੂੰ ਪਕਾਉਣਾ ਓਵਨ ਦੇ ਵਿੱਚ। ਅੱਛਾ ਜੀ, ਫਿਰ ਉਹਨੂੰ ਓਵਨ 'ਚ ਰੱਖ ਦੇਣਾ। ਹਾਂਜੀ, ਫਿਰ ਓਵਨ 'ਚ। ਅੱਛਾ, ਫਿਰ ਉਹਨੂੰ ਓਵਨ 'ਚ ਪਕਾ ਕੇ ਕੱਢਣਾ, ਫਿਰ ਉਹਨੂੰ ਠੰਡਾ ਕਰਨਾ। ਅੱਛਾ ਜੀ, ਠੰਡਾ ਕਰਕੇ ਫਿਰ ਉਹਦੀ ਕਟਾਈ ਕਰਨੀ ਹੈ। ਕਟਾਈ ਕਰਨੀ, ਉਹ ਵੱਡੀ ਵੱਡੀ ਛੁਰੇ ਹੁੰਦੇ ਆ ਕੋਲ, ਪਹਿਲਾਂ ਉਹਦੇ ਸੈਂਟਰ 'ਚੋਂ ਮਾਰਦੇ ਉੱਤੋਂ ਦੀ, ਫਿਰ ਉਹ ਇੱਧਰ ਦੀ ਮਾਰਦੇ, ਉਹਦੇ 4 ਟੁਕੜੇ ਕਰ 4 ਪੀਸ ਬਣਾਉਣੇ ਇੱਕ ਰਸ ਦੇ। ਹਾਂਜੀ ਹਾਂਜੀ, ਉਹ ਜਿਹੜੇ ਉੱਪਰ ਵਾਲੇ 2 ਪੋਲੇ ਪੋਲੇ ਹੁੰਦੇ ਆ, ਥੱਲੇ ਵਾਲੇ ਜਿਹੜੇ ਉਹ ਰੋਟੀ ਵਾਂਗ ਹੋ ਜਾਂਦੇ ਆ। ਅੱਛਾ ਜੀ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਟਰੇਆਂ ਦੇ ਵਿੱਚ ਜਿਹੜਾ ਉੱਪਰ ਵਾਲਾ ਹਿੱਸਾ ਹੋਣਾ ਨਾ, ਉਹਨੂੰ ਦੂਸਰੀ ਟਰੇ 'ਚ ਕਰ ਦੇਣਾ। ਅੱਛਾ ਜੀ, ਉਹਨੂੰ ਅਸੀਂ ਕਹਿੰਦੇ ਸਜਾਈ ਕਰਨਾ। ਅੱਛਾ ਜੀ, ਉਹ ਸਜਾਈ ਕਰਕੇ ਉਸ ਤੋਂ ਬਾਅਦ ਫਿਰ ਉਹਨੂੰ ਓਵਨ 'ਚ ਪਕਾਉਣਾ ਹੈ। ਅੱਛਾ ਜੀ, ਫਿਰ ਉਹਨੂੰ ਬਰਾਊਨ ਹੋਣ ਤੱਕ ਓਵਨ ਦੇ ਵਿੱਚ ਪਕਾਉਣਾ ਹੈ। ਉਹ ਤਕਰੀਬਨ ਅੱਧਾ ਘੰਟਾ ਇੱਕ ਤਾਲ ਲੈ ਜਾਂਦਾ ਹੈ। ਅੱਛਾ ਜੀ, ਹਾਂਜੀ, ਸਾਡੇ ਕੋਲ ਜਿਹੜਾ ਓਵਨ ਉਹਦੇ ਵਿੱਚ 64 ਪੱਤੇ ਆਉਂਦੇ ਨੇ, 64 ਟਰੇ ਜਿਹੜੀ। ਉਹ 64 ਟਰੇਆਂ, ਤੁਸੀਂ ਉਹਨੂੰ ਪੱਤਾ ਕਹਿੰਦੇ ਆਪਣੀ ਜ਼ੁਬਾਨ 'ਚ। ਅੱਛਾ ਜੀ, ਉਹ ਅੱਧਾ ਘੰਟਾ ਤਕਰੀਬਨ ਲੈ ਜਾਂਦਾ, ਫਿਰ ਇੱਕ ਦਫਾ ਉਹ ਪੂਰ ਜਿਹੜਾ ਇੱਕ ਦਫਾ ਭਰੀ ਦੇ ਵਿੱਚ। ਅੱਛਾ ਜੀ, ਉਸ ਤੋਂ ਬਾਅਦ ਜਦੋਂ ਉਹਨੂੰ ਬਰਾਊਨ ਹੋ ਜਾਣਾ, ਉਹਨੂੰ ਬਾਹਰ ਕੱਢ ਲੈਣਾ। ਅੱਛਾ ਜੀ, ਉਹ ਰਸ ਤਿਆਰ ਹੋਣਾ, ਫਿਰ ਉਹਨੂੰ ਪੇਟੀਆਂ ਵਿੱਚ ਪਾ ਲਓ, ਪੈਕ ਕਰ ਲਓ, ਬੜੇ ਛਾਪਰ ਭਰ ਲਓ। ਹਾਂਜੀ, ਉਹ ਫਿਰ ਮੁਖਤਲਿਫ ਜਿਸ ਦੁਕਾਨਾਂ ਤੇ ਜਾਣਾ, ਉਸ ਤਰ੍ਹਾਂ ਦੀ ਪੈਕਿੰਗ ਕਰਕੇ। ਇਹਦੀ ਕੋਈ ਐਕਸਪਾਇਰੀ ਵੀ ਹੁੰਦੀ ਹੈ? ਨਹੀਂ, ਐਕਸਪਾਇਰੀ ਤੇ ਵੈਸੇ ਕੋਈ ਨਹੀਂ ਇਹਦੀ, ਲੰਬਾ ਇਹਦਾ ਟਾਰਗੇਟ ਹੈ, ਲੇਕਿਨ ਅੱਜ ਕੱਲ੍ਹ ਫੂਡ ਵਾਲਿਆਂ ਨੇ ਥੋੜੀ ਸਖਤੀ ਕੀਤੀ ਹੈ ਤੇ ਫਿਰ ਲਿਖਣੀ ਪੈਂਦੀ ਹੈ। ਮਹੀਨੇ ਦੀ ਅਸੀਂ ਐਕਸਪਾਇਰੀ ਲਗਾਈ ਦੀ ਹੈ। ਅੱਛਾ, ਇਹ ਤੁਸੀਂ ਆਪਣੀ ਉਹ ਜਿਹੜੀ ਹੈਗੀ ਵਰਕਸ਼ਾਪ, ਬੇਕਰੀ, ਜੋ ਵੀ ਉਹਨੂੰ ਕਹਿੰਦੇ, ਉਹਦੇ ਤੋਂ ਫਿਰ ਸ਼ੋਰੂਮ ਤੇ ਦੁਕਾਨ ਤੇ ਮੁੰਤਕਲ ਕਰ ਦਿੰਦੇ ਆ? ਹਾਂਜੀ, ਅਸੀਂ ਫਿਰ ਉਹ ਜਾ ਕੇ ਪਿੱਛੇ ਜਿਹੜਾ ਦੁਕਾਨ ਦੇ ਕੋਈ ਸਟੋਰ ਬਣਿਆ ਹੁੰਦਾ, ਹਾਂਜੀ, ਉੱਥੇ ਜਾ ਕੇ ਰੱਖ ਦੇਣੇ ਨੇ। ਉੱਥੇ ਫਿਰ ਅੱਗੇ ਸਪਲਾਈ ਜਿਹੜੀ ਦੁਕਾਨਾਂ ਹੈ, ਉਹ ਜਿਹੜਾ ਟੈਗ ਹੁੰਦਾ ਜਿਹਦੇ ਤੇ ਐਕਸਪਾਇਰੀ ਲਿਖੀ ਹੁੰਦੀ, ਉਹ ਤੁਸੀਂ ਲਾਣੇ ਆ? ਹਾਂਜੀ, ਅਸੀਂ ਉਹ ਲਾ ਦੇਣੀ ਉੱਪਰ ਹੀ। ਫਿਰ ਇਸ ਤਰ੍ਹਾਂ ਤਾਂ ਨਹੀਂ ਕਰਦੇ ਤੁਹਾਡੇ ਦੁਕਾਨ ਵਾਲੇ, ਜਿਹੜੇ ਐਕਸਪਾਇਰੀ ਦੀ ਡੇਟ ਮੁੱਕ ਗਈ, ਨਵਾਂ ਰੱਖ ਦਿੱਤਾ? ਨਹੀਂ ਨਹੀਂ, ਅੱਛਾ ਜੀ, ਇਸ ਤਰ੍ਹਾਂ ਨਹੀਂ ਕਰਦੇ। ਠੀਕ। ਵੈਸੇ ਮਹੀਨੇ ਦੀ ਡੇਟ ਹੁੰਦੀ ਹੈ ਤੇ ਰੋਜ਼ਾਨਾ ਬਣਦਾ ਇਹ ਮਾਲ, ਰੋਜ਼ਾਨਾ, ਯਾਨੀ ਇੰਨਾ ਨਿਕਲੀ ਜਾਂਦਾ? ਹਾਂਜੀ, ਇਹ ਅਲਹਮਦੁਲਿਲਾ ਕਿ ਰੋਜ਼ਾਨਾ ਦੂਸਰੇ ਦਿਨ ਮੁੱਕ ਜਾਏਗਾ ਬਸ। ਅੱਛਾ ਜੀ, ਇਹ ਅੱਲਾਹ ਤਾਲਾ ਬਰਕਤ ਪਾਏ। ਆਮੀਨ। ਤੇ ਇਹ ਤਾਂ ਹੋ ਗਿਆ ਰਸ ਦੀ ਤਿਆਰੀ। ਮੈਂ ਤਾਂ ਸਮਝਦਾ ਸੀਗਾ ਕਿ ਆਟਾ ਗੁੰਨਿਆ ਟੱਬ ਦੇ ਵਿੱਚ ਤੇ ਪੀੜੇ ਬਣਾ ਕੇ ਤੇ ਓਵਨ 'ਚ ਰੱਖ ਦਿੱਤੇ ਤੇ ਉਹ ਗੱਲ ਮੁੱਕ ਗਈ। ਇਹ ਤਾਂ ਕਾਫੀ ਲੰਮਾ ਪ੍ਰੋਸੀਜਰ, ਮੈਨੂੰ ਤਾਂ ਲੱਗਦਾ ਸਾਰੀ ਰਾਤ ਇਸੇ ਕੰਮ ਲੱਗੇ ਰਹਿੰਦੇ ਆ। ਹਾਂਜੀ, ਇਹ ਤਕਰੀਬਨ ਜਿਹੜਾ ਰਸ ਹੈਗਾ ਨਾ, ਇਹ 20 ਤੋਂ 18-20 ਘੰਟੇ ਬਾਅਦ ਜਾ ਕੇ ਤਿਆਰ ਹੁੰਦਾ ਹੈ। 18-20 ਘੰਟੇ ਇਸ ਪ੍ਰੋਸੈਸ ਨੂੰ ਮੁਕੰਮਲ ਲੱਗਦੇ, ਫਿਰ ਉਹ ਰਸ ਖਾਂਦੇ ਆ ਅਸੀਂ, ਫਿਰ ਸਾਡੇ ਕੋਲ ਆਉਂਦਾ ਤੇ ਫਿਰ ਅਸੀਂ ਨਖਰੇ ਵੀ ਕਰਦੇ ਆ। ਇਹ ਉਹਨਾਂ ਨੂੰ ਪਤਾ ਜੀ, ਚਾਹੇ ਚੌਲ ਪਕਾਉਣ ਤੇ ਚਾਹੇ ਰਸ ਬਣਾਉਣ, ਇਹਨਾਂ ਤੇ ਕੰਮ ਕਿੱਦਾਂ ਲੱਗਦਾ ਹੈ। ਇਹ ਰਸ ਦੀ ਤਾਂ ਬ੍ਰੈਡ ਦਾ ਵੀ ਪ੍ਰੋਸੀਜਰ ਇਸ ਤਰ੍ਹਾਂ ਹੀ ਹੈ। ਉਹਦੇ ਵਿੱਚ ਜਿਹੜੀ ਚੀਨੀ ਹੈ, ਘਿਓ, ਉਹ ਮਟੀਰੀਅਲ ਘੱਟ ਹੁੰਦਾ, ਉਹ ਇਹਦੇ ਨਾਲੋਂ ਘੱਟ ਹੁੰਦਾ, ਘਿਓ ਵੀ ਘੱਟ, ਚੀਨੀ ਵੀ ਘੱਟ, ਤੇ ਬਾਕੀ ਇਸ ਤਰ੍ਹਾਂ ਹੀ ਉਹ ਰਾਤ ਨੂੰ ਗੁੰਨਦੇ ਆ। ਅੱਛਾ ਜੀ, ਉਹਨੂੰ ਇਹਦੇ ਨਾਲ ਰਸ ਨਾਲੋਂ ਭਰਾਈ ਘੱਟ ਦੇਣੀ ਪੈਂਦੀ, ਉਹ ਜਿਹੜਾ ਫੁਲਾਉਂਦੇ ਨੇ। ਅੱਛਾ ਜੀ, ਹਾਂਜੀ। ਤੇ ਹੋਰ ਤੁਸੀਂ ਕੀ ਦੱਸਿਆ ਸੀ ਬਣਾ ਲੈਂਦੇ? ਪੀਜ਼ੇ ਵਗੈਰਾ, ਬਰਗਰ ਦਾ ਵੀ ਇਹੀ ਪ੍ਰੋਸੀਜਰ? ਹਾਂਜੀ, ਬਰਗਰ ਵੀ ਇਹਦੇ ਵਿੱਚ ਹੀ। ਮਟੀਰੀਅਲ ਦਾ ਵਾਧਾ ਘਟਾ, ਮਟੀਰੀਅਲ ਇੰਨਾ ਹੀ ਹੈ। ਅੱਛਾ, ਇਹ ਕੰਮ ਕਿਦਾਂ ਦਾ? ਕੰਮ ਇਹ ਠੀਕ ਹੈ ਮਾਸ਼ਾਅੱਲਾ। ਹਾਂਜੀ, ਜੇ ਹੋਰ ਕੋ ਤੁਹਾਡੇ ਕੋਲ ਸਿੱਖਣਾ ਚਾਹਵੇ, ਜਿਹਨੇ ਨਿਆਣੇ ਅਸਲ ਦੇ ਵਿੱਚ ਸਕੂਲਾਂ 'ਚੋਂ ਭੱਜ ਜਾਂਦੇ, ਉਹਨਾਂ ਨੂੰ ਇਦਾਂ ਦੇ ਕੰਮਾਂ ਤੇ ਪਾਈਦਾ, ਕਦੀ ਸਕੂਲੇ ਤੇ ਵਰਕਸ਼ਾਪ 'ਚ ਪਾ ਦਿਓ ਜਾਂ ਬੇਕਰੀ ਤੇ, ਉਹ ਕਿਸੇ ਨੂੰ ਸਿਖਾਲ ਸਕਦੇ ਤੁਸੀਂ? ਹਾਂਜੀ, ਅਲਹਮਦੁਲਿਲਾ। ਫੈਂਟੀ ਤਾਂ ਨਹੀਂ ਲਾਉਂਦੇ? ਨਹੀਂ, ਫੈਂਟੀ ਨਹੀਂ ਲਾਉਂਦੇ। ਹਾਂਜੀ, ਪਿਆਰ ਮੁਹੱਬਤ ਦੇ ਨਾਲ ਹੀ ਬੱਚਿਆਂ ਦੇ ਨਾਲ। ਅੱਛਾ, ਚਲੋ ਜੀ, ਮਿਹਰਬਾਨੀ ਇਹ ਵੀ ਤੁਹਾਡੀ। ਤੇ ਉੱਦਾਂ ਉਹ ਇੱਕ ਮੈਨੂੰ ਗੱਲ ਭੁੱਲ ਗਈ, ਸਲੀਮ ਸਾਹਿਬ ਕੌਣ ਹੁੰਦੇ ਤੁਸੀਂ? ਅਸੀਂ ਜੱਟ ਹੁੰਦੇ। ਜੱਟ ਹੁੰਦੇ, ਅੱਲਾ ਦੀ ਸ਼ਾਨ ਨਹੀਂ। ਇੱਥੇ ਹੁਣ ਮੂੰਜੀ ਲਾਉਣ ਦਾ ਮੌਸਮ ਹੈ ਇਸ ਵੇਲੇ। ਹਾੜ ਦੀ ਕਿੰਨੀ ਹੋ ਗਈ ਭਲਾ? ਅੱਜ 30 ਹੋ ਗਈ। 30 ਹੋ ਗਈ ਆ। ਤੇ ਰੰਗ ਕਾਲੇ ਹੋਏ ਹੁਣ ਜੀ। ਤੁਸੀਂ ਬੇਕਰੀ ਚੱਲ ਗਏ, ਦੇਖੋ ਰੰਗ ਚਿੱਟਾ। ਸ਼ੁਕਰ ਕਰਿਆ ਕਰੋ ਰੱਬ ਦਾ। ਅਲਹਮਦੁਲਿਲਾ, ਬਹੁਤ ਬਹੁਤ ਸ਼ੁਕਰੀਆ ਜੀ ਇਸ ਬਾਰੇ ਦੇ ਵਿੱਚ। ਅੱਛਾ, ਉਹ ਤੁਸੀਂ ਖੁਸ਼ਾਬ ਤੋਂ ਆਏ, ਮੈਨੂੰ ਇੱਕ ਗੱਲ ਯਾਦ ਆ ਗਈ। ਉੱਥੇ ਦਾ ਇੱਕ ਹਲਵਾ ਬਹੁਤ ਮਸ਼ਹੂਰ ਹੈ, ਮੈਨੂੰ ਨਾਂ ਭੁੱਲ ਗਿਆ, ਕੀ ਹੈ ਭਲਾ? ਉਹ ਢੋਡਾ ਜੀ, ਖੁਸ਼ਾਬ ਦਾ ਮਸ਼ਹੂਰ ਢੋਡਾ। ਹਾਂਜੀ, ਉਹ ਢੋਡਾ ਵੀ ਬਣਦਾ ਜੀ? ਹਾਂਜੀ, ਢੋਡਾ ਵੀ ਬਣਾਉਂਦੇ। ਉਹਦਾ ਕੋਈ ਯਾਦ ਆ ਕਿੱਦਾਂ ਬਣਦਾ? ਹਾਂਜੀ, ਉਹ ਕਾਰੀਗਰ ਲੈਦਾ ਨੇ, ਵੈਸੇ ਪਤਾ ਹੈ। ਥੋੜਾ ਜਿਹਾ ਦੱਸ ਦਿਓ ਸਾਨੂੰ। ਉਹ ਦੁੱਧ ਦਾ ਹੀ ਬਣਦਾ। ਦੁੱਧ ਨੂੰ ਫਾੜ ਕੇ ਤੇ ਉਹਨੂੰ ਫਿਰ ਉਹਦੇ ਵਿੱਚ ਖੁਸ਼ਕ ਕਰਨਾ ਹੈ। ਉਹ ਮੈਨੂੰ ਗੱਲ ਦੇ ਵਿੱਚ ਗੱਲ ਯਾਦ ਆ ਗਈ। ਕਹਿੰਦੇ ਕੋਈ ਬੰਦਾ ਸੀ ਨਾ ਜੀ, ਉਹ ਦਾਉ ਕਰਦਾ ਸੀ, ਸੱਪ ਦਾ ਲੈਂਦਾ ਸੀ ਉਹ 100 ਰੁਪਈਆ, ਤੇ ਠੂਹੇ ਦਾ ਲੈਂਦਾ ਸੀਗਾ 4 ਆਨੇ। ਬੰਦੇ ਦੇ ਲੜ ਗਿਆ ਸੱਪ, ਤੇ ਸੀਗੀ ਉਹਦੇ ਕੋਲ ਚਵਾਨੀ ਲੈ ਕੇ ਚੱਲ ਗਿਆ। ਨੇ ਕਿਹਾ ਲਓ ਬਾਬਾ ਜੀ ਦਮ ਕਰੋ। ਜਿਹੜੇ ਦਮ ਸ਼ੁਰੂ ਹੋਇਆ ਤੇ ਕਹਿੰਦਾ 4 ਟੱਪੇ ਵਿੱਚ ਲੰਮੇ ਦੇ ਵੀ ਮਾਰਦੇ। ਗੱਲ ਤਾਂ ਅਸੀਂ ਰਸਾਂ ਦੀ ਕੀਤੀ ਸੀ। ਚਲੋ ਤੁਸੀਂ ਸਾਨੂੰ ਥੋੜਾ ਜਿਹਾ ਢੋਡਾ ਵੀ ਦੱਸ ਦਿਓ। ਹਾਂਜੀ, ਢੋਡਾ ਇਸ ਤਰ੍ਹਾਂ ਹੀ ਦੁੱਧ ਦਾ ਬਣਦਾ ਜੀ। ਉਹ ਫਾੜ ਕੇ ਦੁੱਧ ਨੂੰ ਤੇ ਉਹਨੂੰ ਫਿਰ ਵਿੱਚ ਖੁਸ਼ਕ ਕਰਨਾ ਹੁੰਦਾ ਉਹਦੇ। ਅੱਛਾ ਜੀ। ਤੇ ਫਿਰ ਉਹ ਤਕਰੀਬਨ ਉਹਦੇ ਵਿੱਚ ਥੋੜੀ ਚੀਨੀ ਦੀ ਮਿਕਦਾਰ ਥੋੜੀ ਹੁੰਦੀ ਹੈ। ਅੱਛਾ ਜੀ। ਉਹ ਮੇਰਾ ਖਿਆਲ ਜਿਹੜਾ ਮਣ ਦੁੱਧ ਹੁੰਦਾ ਉਹਦਾ ਜਿਹੜਾ ਬਣਾਉਂਦੇ ਉਹਨੂੰ ਕਿਲੋ ਜਾਂ 2 ਕਿਲੋ ਚੀਨੀ ਦਿੰਦੇ ਨੇ। ਅੱਛਾ ਜੀ। ਘਿਓ ਵਿੱਚ ਉਹਦੇ ਪਾਉਂਦੇ ਨੇ।
ਘੇ ਵਾਹਵਾ ਪਾ ਲੈਂਦੇ। ਹਾਂਜੀ, ਘੇ ਉਹਦੇ ਵਿੱਚ ਜ਼ਿਆਦਾ ਪੈਂਦਾ। ਚਲੋ ਜੀ, ਉਹ ਤਾਂ ਉਹਨਾਂ ਤੋਂ ਹੀ ਪੁੱਛਾਂਗੇ ਜਿਹੜੇ। ਮੈਂ ਗੱਲ ਤਾਂ ਇਹ ਪੁੱਛਣੀ ਸੀ, ਮੈਨੂੰ ਕਿਸੇ ਨੇ ਦੱਸਿਆ ਜਿਹੜੀ ਬੇਕਰੀ ਵਾਲਿਆਂ ਦੀ ਸਾਰੇ ਦਿਨ ਦੀ ਮਠਿਆਈ ਵਧੀ ਹੋਵੇ ਉਹ ਢੋਡੇ 'ਚ ਪਾਉਂਦੇ ਆ। ਨਹੀਂ, ਅਸੀਂ ਨਹੀਂ ਪਾਉਂਦੇ ਹੈਗੇ। ਅਸੀਂ ਨਹੀਂ ਪਾਉਂਦੇ ਹੋਏ, ਇਸ ਗੱਲ ਦੇ ਵਿੱਚ ਬੜੀ ਗੱਲ ਆ ਗਈ। ਬਹੁਤ ਬਹੁਤ ਸ਼ੁਕਰੀਆ ਜੀ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਸ਼ਾਦੋ ਆਬਾਦ ਰੱਖੇ। ਪਾਕਿਸਤਾਨ ਜ਼ਿੰਦਾਬਾਦ। ਪਾਕਿਸਤਾਨ ਜ਼ਿੰਦਾਬਾਦ।